ਹੈਲੋ ਵਿਊਅਰਸ, ਵੈਲਕਮ ਟੂ ਮਾਈ ਨੈਕਸਟ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ BA ਸੈਕੰਡ ਈਅਰ ਸਮੈਸਟਰ 3 ਇੰਗਲਿਸ਼ ਲਿਟਰੇਚਰ ਔਰ ਇੰਗਲਿਸ਼ ਇਲੈਕਟਿਵ ਦਾ ਸਿਲੇਬਸ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਫੀਸ਼ੀਅਲ ਵੈਬਸਾਈਟ ਤੋਂ ਹੀ ਮੈਂ ਲਿਆ ਹੈ। ਤਾਂ ਇਹ ਸਿਲੇਬਸ ਰੈਗੂਲਰ ਅਤੇ ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਦੇ ਸਟੂਡੈਂਟਸ ਦੇ ਲਈ ਸੇਮ ਹੀ ਹੈ। ਮੈਕਸਿਮਮ ਮਾਰਕਸ ਰਹਿਣਗੇ 100 ਅਤੇ ਥਿਊਰੀ ਦਾ ਪੇਪਰ ਜੋ ਤੁਹਾਨੂੰ ਆਏਗਾ ਉਹ ਹੋਏਗਾ 70 ਮਾਰਕਸ ਦਾ। ਇੰਟਰਨਲ ਅਸੈਸਮੈਂਟ ਜੋ ਕਿ ਤੁਹਾਡੇ ਟੀਚਰਸ ਲਗਾਉਣਗੇ ਔਨ ਦਾ ਬੇਸਿਸ ਆਫ ਯੂਰ ਪਰਫੋਰਮੈਂਸ ਇਨ ਇੰਟਰਨਲ ਐਗਜ਼ਾਮਸ, ਤੁਹਾਡੀ ਅਟੈਂਡੈਂਸ, ਤੁਹਾਡਾ ਬਿਹੇਵੀਅਰ, ਉਹ ਹੋਣਗੇ 30 ਮਾਰਕਸ ਦੇ। ਪੇਪਰ ਜੋ ਰਿਟਨ ਐਗਜ਼ਾਮੀਨੇਸ਼ਨ ਹੈ ਉਹ ਹੋਏਗਾ 3 ਆਵਰਸ ਦਾ, 3 ਘੰਟੇ ਦਾ ਪੇਪਰ ਹੋਏਗਾ। ਤਾਂ ਕਿਹੜੇ ਕਿਹੜੇ ਸੈਕਸ਼ਨ ਰਹਿਣਗੇ, ਕਿੰਨੇ ਕਿੰਨੇ ਨੰਬਰ ਦਾ ਪੇਪਰ ਆਏਗਾ ਹਰ ਸੈਕਸ਼ਨ 'ਚੋਂ, ਤਾਂ ਉਹ ਅਸੀਂ ਡਿਸਕਸ ਕਰਾਂਗੇ। ਸੈਕਸ਼ਨ A ਇੰਪੋਰਟੈਂਟ ਕਨਸੈਪਟਸ ਪਰਟੇਨਿੰਗ ਟੂ ਡਰਾਮਾ। ਜਿਸ ਤਰ੍ਹਾਂ ਕਿ ਤੁਸੀਂ BA ਫਸਟ ਈਅਰ ਦੀ ਇੰਗਲਿਸ਼ ਲਿਟਰੇਚਰ ਦੇ ਵਿੱਚ ਵੀ ਲਿਟਰੇਰੀ ਟਰਮਸ ਪੜ੍ਹ ਕੇ ਆਏ ਹੋ ਬਹੁਤ, ਤਾਂ ਉਸੇ ਤਰੀਕੇ ਉਹ ਨੋਵਲਸ ਨਾਲ ਸੰਬੰਧਿਤ ਸੀ। ਹੁਣ ਇਹ ਡਰਾਮਾ ਨਾਲ ਪਰਟੇਨਿੰਗ ਟੂ ਡਰਾਮਾ ਨਾਲ ਸੰਬੰਧਿਤ ਜੋ ਟਰਮਨੋਲੋਜੀ ਰਿਲੇਟਿਡ ਹੈ ਉਹ ਸਾਰੀ ਤੁਹਾਡੇ ਸਿਲੇਬਸ ਦੇ ਵਿੱਚ ਹੈ। ਬਹੁਤ ਥੋੜ੍ਹੀਆਂ ਜਿਹੀਆਂ ਟਰਮਸ ਨੇ। ਡੈਫੀਨੇਸ਼ਨ ਐਂਡ ਐਸੈਂਸ ਆਫ ਡਰਾਮਾ, ਠੀਕ ਹੈ, ਉਹਨੂੰ ਡਿਫਾਈਨ ਕਰਨਾ ਤੁਸੀਂ। ਦੈਨ ਡਰਾਮਾ ਐਂਡ ਥੀਏਟਰ, ਕਲੀਅਰ ਹੈ ਜੀ, ਦੋਨਾਂ ਦੇ ਵਿੱਚ ਕੀ ਫ਼ਰਕ ਹੈ ਅਤੇ ਕੀ ਮੀਨਿੰਗ ਹੈ। ਸਟਰਕਚਰ ਕੀ ਹੁੰਦਾ ਹੈ, ਕਰੈਕਟਰਾਈਜੇਸ਼ਨ, ਕਿਵੇਂ ਜਿਹੜੇ ਹੈਗੇ ਕਰੈਕਟਰਸ ਬਣਦੇ ਆ, ਟਾਈਪਸ ਕਿੰਨੇ ਕਰੈਕਟਰਸ ਦੇ। ਦੈਨ ਸਟੇਜ ਡਾਇਰੈਕਸ਼ਨਸ ਕਿੰਨੇ ਤਰ੍ਹਾਂ ਦੀਆਂ, ਡਰਾਮੈਟਿਕ ਕਨਵੈਨਸ਼ਨਸ ਕੀ ਨੇ। ਦੈਨ ਕੁਛ ਇੰਪੋਰਟੈਂਟ ਟਰਮਸ ਜਿਹੜੀਆਂ ਡਰਾਮਾ ਅਤੇ ਸਟੇਜ ਨਾਲ ਸੰਬੰਧਿਤ ਹਨ ਉਹ ਹਨ ਕਾਮਿਕ ਰਿਲੀਫ, ਵੈਰੀ ਇੰਪੋਰਟੈਂਟ, ਪੈਥੋਸ, ਅਸਾਈਡ, ਸੋਲਿਲਕਿਊ, ਠੀਕ ਹੈ ਜੀ, ਸੋਲਿਲਕਿਊ। ਨੈਕਸਟ ਹੈ ਸੈਕਸ਼ਨ B ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਫਰੋਮ ਚੌਸਰ ਟੂ, ਉਸ ਤੋਂ ਬਾਅਦ ਹੈ ਕਿਸ ਟਾਈਮ ਤੱਕ ਹੈ, ਟੂ 18th ਸੈਂਚੁਰੀ, ਠੀਕ ਹੈ, ਚੌਸਰ ਤੋਂ ਲੈ ਕੇ 18th ਸੈਂਚੁਰੀ ਤੱਕ ਜੋ ਮੇਨ ਜੋ ਪੀਰੀਅਡਸ ਹਨ, ਜੋ ਮੂਵਮੈਂਟਸ ਹਨ, ਟ੍ਰੈਂਡਸ ਹਨ ਇੰਗਲਿਸ਼ ਲਿਟਰੇਚਰ ਦੇ ਵਿੱਚ, ਤੁਸੀਂ ਉਹ ਡਿਸਕਸ ਕਰਨੇ ਹਨ। ਪਹਿਲਾ ਹੈ ਸਭ ਤੋਂ ਪਹਿਲਾਂ ਰਿਨਾਸਾਂਸ ਐਂਡ ਰਿਫੋਰਮੇਸ਼ਨ, ਠੀਕ ਹੈ। ਰਿਨਾਸਾਂਸ ਮਤਲਬ ਰੀਬਰਥ, ਕਲੀਅਰ ਹੈ। ਇੰਗਲਿਸ਼ ਲਿਟਰੇਚਰ ਦੇ ਵਿੱਚ ਇੱਕ ਬਹੁਤ ਜੋ ਰੈਵੋਲੂਸ਼ਨ ਆਈ ਲਿਟਰੇਚਰ ਦੇ ਵਿੱਚ ਉਹ ਕੀ ਸੀ, ਕਦੋਂ ਆਈ, ਕੀ ਉਹਦੇ ਫੀਚਰਸ ਹੈ, ਉਹ ਸਾਰੇ ਤੁਸੀਂ ਪੜ੍ਹੋਗੇ। ਦੈਨ ਨੈਕਸਟ ਹੈ ਓਰੀਜਨ ਐਂਡ ਰਾਈਜ਼ ਆਫ ਡਰਾਮਾ ਇਨ ਇੰਗਲਿਸ਼, ਕਿਸ ਤਰ੍ਹਾਂ ਜੋ ਡਰਾਮਾ ਹੈ ਸ਼ੁਰੂਆਤ ਹੋਈ, ਕਿਵੇਂ ਅੱਗੇ ਵਧਿਆ, ਕਿੰਨੇ ਟਾਈਪਸ ਆਫ ਡਰਾਮਾ ਹੈ ਉਹ ਤੁਸੀਂ ਸਟੱਡੀ ਕਰੋਗੇ। ਦੈਨ ਮੈਟਾਫਿਜ਼ੀਕਲ ਪੋਇਟਰੀ, ਇਟ ਇਜ਼ ਅ ਟਾਈਪ ਆਫ ਪੋਇਟਰੀ ਜਿਹਦੇ ਵਿੱਚ ਬਹੁਤ ਇੰਪੋਰਟੈਂਟ ਫੀਚਰਸ ਸੀਗੇ, ਉਹ ਤੁਸੀਂ ਡਿਸਕਸ ਕਰੋਗੇ। ਦੈਨ ਚੀਫ ਕਰੈਕਟਰਿਸਟਿਕਸ ਆਫ ਨਿਊ ਕਲਾਸੀਕਲ ਲਿਟਰੇਚਰ, ਦੈਨ ਰਾਈਜ਼ ਆਫ ਨਾਵਲ, ਦੈਨ ਉਸ ਤੋਂ ਬਾਅਦ ਹੈ ਰੈਸਟੋਰੇਸ਼ਨ ਕਾਮੇਡੀ। ਨੈਕਸਟ ਹੈ ਬੱਚੇ ਇੰਪੋਰਟੈਂਟ ਟੈਕਸਟ। ਹੁਣ ਇੰਨਾ ਹੀ ਸਮੇਂ ਨਾਲ ਸੰਬੰਧਿਤ, ਇੰਨਾ ਹੀ ਟ੍ਰੈਂਡਸ ਨਾਲ ਸੰਬੰਧਿਤ ਤੁਹਾਨੂੰ ਕੁਝ ਟੈਕਸਟ ਹਨ ਜਿਨ੍ਹਾਂ ਦੀ ਆਪਣੀ ਸਟੋਰੀ ਹੈ, ਕਲੀਅਰ ਹੈ ਬੱਚੇ, ਇੰਨਾ ਹੀ ਪੀਰੀਅਡਸ ਨਾਲ ਸੰਬੰਧਿਤ, ਜਿਸ ਤਰ੍ਹਾਂ ਕਿ ਪਾਰਟਨਰਸ ਟੇਲ, ਐਜ਼ ਯੂ ਲਾਈਕ ਇਟ। ਨੈਕਸਟ ਹੈ ਡਾਕਟਰ ਫੋਸਟਰਸ, ਪੈਮੇਲਾ, ਦ ਰੇਪ ਆਫ ਦ ਲੌਕ, ਕਲੀਅਰ ਹੈ। ਇਹਨਾਂ ਨੂੰ ਤੁਸੀਂ ਬਹੁਤ ਸ਼ੋਰਟ ਕਰਨਾ ਹੈ ਕਿਉਂਕਿ ਬਹੁਤ ਸ਼ੋਰਟ ਨੋਟ ਹੀ ਐ ਸੱਚ ਆਉਣਗੇ ਤੁਹਾਨੂੰ। ਨੈਕਸਟ ਹੈ ਹੋਰ ਟੈਕਸਟ ਕਿਹੜੇ ਹਨ ਇਸ ਤੋਂ ਇਲਾਵਾ, ਜੂਲੀਅਸ ਸੀਜ਼ਰ ਸੈਕਸ਼ਨ C ਦੇ ਵਿੱਚ ਬਾਈ ਵਿਲੀਅਮ ਸ਼ੇਕਸਪੀਅਰ। ਦੈਨ ਸੈਕਸ਼ਨ D ਦੇ ਵਿੱਚ ਹੈ ਓਲੀਵਰ ਗੋਲਡਸਮਿਥ ਦਾ ਸ਼ੀ ਸਟੂਪਸ ਟੂ ਕੰਕਰ। ਨੈਕਸਟ ਹੈ ਟੈਸਟਿੰਗ ਕਿਵੇਂ ਹੋਏਗੀ, ਬਹੁਤ ਧਿਆਨ ਨਾਲ ਦੇਖਣਾ ਹੈ ਕਿ ਟੈਸਟਿੰਗ ਕਿਵੇਂ ਹੋਏਗੀ, ਪੇਪਰ ਕਿਵੇਂ ਆਏਗਾ। ਟੈਸਟਿੰਗ ਦੇ ਵਿੱਚ ਯੂਨਿਟ 1 ਦੇ ਵਿੱਚ ਹਨ ਸ਼ਾਰਟ ਨੋਟਸ ਆਫ ਅਬਾਊਟ 150 to 200 ਵਰਡਸ, ਮਤਲਬ 150 ਤੋਂ 200 ਸ਼ਬਦ, ਮੀਨਸ 1.5 ਤੋਂ 2 ਪੇਜ, ਕਲੀਅਰ ਹੈ। ਈਚ ਔਨ ਐਨੀ 2 ਆਈਟਮਸ ਆਊਟ ਆਫ 4 ਗਿਵਨ ਫਰੋਮ ਦ ਇੰਪੋਰਟੈਂਟ ਕਨਸੈਪਟਸ ਪਰਟੇਨਿੰਗ ਟੂ ਡਰਾਮਾ, ਮੀਨਸ ਤੁਹਾਨੂੰ 4 ਜੋ ਹੈ ਇਹ ਟਰਮਸ ਆਉਣਗੀਆਂ, ਤੁਸੀਂ 2 ਕਰਨੀਆਂ ਹੋਣਗੀਆਂ, ਠੀਕ ਹੈ ਜੀ। 4 ਟਰਮਸ ਆਉਣਗੀਆਂ ਜਿਹਦੇ 'ਚੋਂ ਤੁਸੀਂ 2 ਕਰਨੀਆਂ ਹੋਣਗੀਆਂ, ਤਾਂ ਇੱਕ ਟਰਮ ਹੋਏਗੀ 5 ਨੰਬਰ ਦੀ, 2 ਹੋਣਗੀਆਂ 10 ਨੰਬਰ ਦੀ। ਨੈਕਸਟ ਕੁਐਸਚਨ ਨੰਬਰ 2 ਸੈਕਿੰਡ ਡੇ ਪਾਰਟ A ਦੇ ਵਿੱਚ 1 ਐਸੇ ਟਾਈਪ, ਠੀਕ ਹੈ ਜੀ। ਹੁਣ ਇਹ ਹੈ ਐਸੇ ਟਾਈਪ ਕੁਐਸਚਨ ਵਿਦ ਇੰਟਰਨਲ ਚੋਇਸ ਔਨ ਦ ਟ੍ਰੈਂਡਸ ਐਂਡ ਮੂਵਮੈਂਟਸ ਇਨ ਇੰਗਲਿਸ਼ ਲਿਟਰੇਚਰ from Chaucer to 18th century as given in part A of section B। हाँ जी देखते हैं ਅਸੀਂ सॉरी part A of section B। part A ਦੇ ਵਿੱਚ ਕਿਹੜਾ ਦਿੱਤਾ ਹੋਇਆ ਹੈ,
ਇਹਦੇ ਵਿੱਚ ਅਸੀਂ ਪਹਿਲਾਂ ਹੀ ਡਿਸਕਸ ਕਰਕੇ ਆ ਚੁੱਕੇ ਹਾਂ। ਇਹ ਸਾਰੇ ਹੀ ਟ੍ਰੈਂਡਸ ਐਂਡ ਮੂਵਮੈਂਟਸ ਦੇ ਵਿੱਚ ਤੁਹਾਨੂੰ ਲੌਂਗ ਕੁਐਸਚਨ ਆਏਗਾ ਬੱਚੇ, ਲੌਂਗ ਆਨਸਰ ਆਏਗਾ, ਜਿਹਦੇ ਵਿੱਚੋਂ ਤੁਸੀਂ ਕਿਸ ਤਰੀਕੇ ਨਾਲ ਅਟੈਂਪਟ ਕਰਨੇ ਹੋਣਗੇ ਬਹੁਤ ਧਿਆਨ ਨਾਲ ਦੇਖ ਲਓ। ਵਨ ਐਸੇ ਟਾਈਪ ਕੁਐਸਚਨ ਆਏਗਾ ਜੋ ਕਿ ਤੁਸੀਂ 8 ਨੰਬਰ ਦਾ ਅਟੈਂਪਟ ਕਰਨਾ ਹੋਏਗਾ। 2 ਕੁਐਸਚਨ ਆਉਣਗੇ, ਦੋਵਾਂ ਚੋਂ ਇੱਕ ਕਰਨਾ ਹੋਏਗਾ। ਦੈਨ 2B ਦੇ ਵਿੱਚੋਂ ਸ਼ਾਰਟ ਨੋਟਸ ਆਉਣਗੇ 100 ਵਰਡਸ ਦੇ, ਸਿਰਫ 100 ਸ਼ਬਦਾਂ ਦੇ ਵਿੱਚ ਤੁਸੀਂ ਮੀਨਸ ਇੱਕ ਪੇਜ ਅਪਰੋਕਸੀਮੇਟ ਕਰਨਾ ਹੋਏਗਾ, ਜਿਹਦੇ ਵਿੱਚ ਤੁਸੀਂ ਦ ਪੇਪਰ ਸੈਟਰ ਸ਼ੈਲ ਸੈਟ 4 ਟੈਕਸਟ ਐਂਡ ਕੈਂਡੀਡੇਟ ਸ਼ੈਲ ਅਟੈਂਪਟ ਐਨੀ 2। ਅਤੇ ਇੱਕ ਜੋ ਹੈ ਉਹ 3 ਨੰਬਰ ਦਾ ਹੋਏਗਾ ਅਤੇ ਦੋਨੋਂ 6 ਨੰਬਰ ਦੇ ਹੋਣਗੇ। ਦੁਬਾਰਾ ਦੱਸ ਦਿੰਦੇ ਹਾਂ ਜੀ, ਜੋ ਇਹ ਇੰਪੋਰਟੈਂਟ ਟੈਕਸਟ ਦਿੱਤੇ ਹੋਏ ਹਨ ਤੁਹਾਨੂੰ, ਇਹਦੇ ਵਿੱਚੋਂ ਤੁਹਾਨੂੰ 4 ਆਉਣਗੇ ਅਤੇ 2 ਕਰਨੇ ਹੋਣਗੇ ਅਤੇ ਇੱਕ 3 ਨੰਬਰ ਦਾ ਹੋਏਗਾ ਅਤੇ ਦੋਨੋਂ ਜਿਹੜੇ ਹੈਗੇ ਹੈ 6 ਨੰਬਰ ਦੇ ਹੋ ਜਾਣਗੇ। ਅਤੇ ਤੁਸੀਂ 100 ਸ਼ਬਦਾਂ ਦੇ ਵਿੱਚ ਇਹਨਾਂ ਦੀ ਜੋ ਸਮਰੀ 100 ਵਰਡਸ ਦੇ ਵਿੱਚ ਤੁਸੀਂ ਲਿਖਣੀ ਹੈ। ਠੀਕ ਹੈ ਜੀ, 100 ਵਰਡਸ ਦੇ ਵਿੱਚ ਤੁਸੀਂ ਸਮਰੀ ਲਿਖਣੀ ਹੈ, ਤਾਂ ਬਹੁਤ ਧਿਆਨ ਨਾਲ ਕਰਨਾ ਹੈ। ਅਪਰੋਕਸੀਮੇਟ ਇੱਕ ਪੇਜ ਤੁਸੀਂ ਇਹਦਾ ਲਿਖ ਕੇ ਆਉਣਾ। ਨੈਕਸਟ ਬੱਚੇ, ਯੂਨਿਟ 2 ਦੇ ਵਿੱਚ ਕੀ ਹੈ? 3A, one essay type critical question with internal choice on Shakespeare's Julius Caesar ਜੋ ਤੁਹਾਨੂੰ ਦਿੱਤਾ ਹੋਇਆ ਇਹਦੇ ਵਿੱਚੋਂ ਇੰਟਰਨਲ ਜੋ ਕੁਐਸਚਨ ਜੋ ਆਏਗਾ, ਇੱਕ ਐਸੇ ਟਾਈਪ ਕੁਐਸਚਨ ਆਏਗਾ ਜਿਹਦੇ ਵਿੱਚ 2 ਆਉਣਗੇ, ਤੁਸੀਂ ਇੱਕ ਕਰਨਾ ਹੋਏਗਾ। ਮੇਨ ਇਹਦੇ ਵਿੱਚ ਕਰੈਕਟਰ ਸਕੈਚਿਸ ਆ ਜਾਂਦੇ ਹੈ, ਥੀਮ ਆ ਜਾਂਦਾ ਹੈ, ਟਾਈਟਲ ਆ ਜਾਂਦਾ ਹੈ, ਇਹ ਤੁਸੀਂ ਬਹੁਤ ਧਿਆਨ ਨਾਲ ਕਰਨਾ ਹੈ। ਨੈਕਸਟ ਹੈ 3B, one passage for reference to context to be attempted out of given 2। 2 ਪੈਰੇ ਆਉਣਗੇ ਜਿਹਦੇ ਵਿੱਚ ਤੁਸੀਂ ਇੱਕ ਕਰਨਾ ਹੋਏਗਾ ਰੈਫਰੈਂਸ ਟੂ ਕੰਟੈਕਸਟ, ਜਿਹੜਾ ਕਿ ਤੁਸੀਂ ਪ੍ਰਸੰਗ ਸਹਿਤ ਵਿਆਖਿਆ, ਮਤਲਬ ਉਹਦੇ ਵਿੱਚ ਤੁਹਾਨੂੰ ਵਰਡਿੰਗ ਆਏਗੀ ਅਤੇ ਤੁਸੀਂ ਉਹ ਧਿਆਨ ਨਾਲ ਦੱਸਣਾ ਵੀ ਇਹ ਸ਼ਬਦ ਕਿਹਨੂੰ ਕਹੇ ਅਤੇ ਕਦੋਂ ਕਹੇ। ਠੀਕ ਹੈ ਜੀ, ਇਹ ਆਏਗਾ 4 ਮਾਰਕਸ ਦਾ। ਨੈਕਸਟ 4A, one essay type critical question with internal choice on Goldsmith's She Stoops to Conquer। ਠੀਕ ਹੈ ਜੀ, ਇਹਦੇ ਵਿੱਚੋਂ ਆਏਗਾ ਲੌਂਗ, ਦੋਵਾਂ ਚੋਂ ਇੱਕ ਕਰਨੇ ਹੋਣਗੇ ਅਤੇ ਸੇਮ ਹੀ ਰੈਫਰੈਂਸ ਟੂ ਕੰਟੈਕਸਟ ਦੋਵਾਂ ਚੋਂ ਇੱਕ ਤੁਸੀਂ ਕਰਨੇ ਹੋਣਗੇ, ਉਹ ਹੋਏਗਾ 4 ਮਾਰਕਸ ਦਾ। ਕਲੀਅਰ। ਨੈਕਸਟ ਵੈਰੀ ਇੰਪੋਰਟੈਂਟ ਪਾਰਟ ਆਫ ਯੂਰ ਸਿਲੇਬਸ, ਜੋ ਬਹੁਤ ਧਿਆਨ ਨਾਲ ਜਿਹਦੇ 'ਚੋਂ ਅੱਛੇ ਮਾਰਕਸ ਲੈਣ ਦੇ ਲਈ 22 ਮਾਰਕਸ ਲੈਣ ਦੇ ਲਈ ਤੁਹਾਨੂੰ ਪੂਰਾ ਸਿਲੇਬਸ ਥੋਰਲੀ ਪੜ੍ਹਨਾ ਪਏਗਾ। that is short notes, 6 short question of 2 marks each on the prescribed plays Julius Caesar and She Stoops to Conquer। 12 ਨੰਬਰ ਦੇ ਦੋਨਾਂ ਦੇ ਵਿੱਚੋਂ ਪੁੱਛੇ ਜਾਣਗੇ। ਦੋਨੋਂ ਪਲੇਜ਼ ਦੇ ਵਿੱਚੋਂ 12 ਮਾਰਕਸ ਦੇ ਸ਼ੋਰਟ ਨੋਟਸ ਆਉਣਗੇ। ਮਤਲਬ ਇਹਨਾਂ ਦੋਨੋਂ ਪਲੇਜ਼ ਦੇ ਵਿੱਚੋਂ ਕੀ ਆਉਣਾ ਹੈ, ਧਿਆਨ ਨਾਲ ਦੇਖ ਲਓ। ਇੱਕ ਲੌਂਗ 8 ਨੰਬਰ ਦਾ, ਇੱਕ ਰੈਫਰੈਂਸ ਟੂ ਕੰਟੈਕਸਟ 4 ਨੰਬਰ ਦੀ, 8 ਤੇ 4 12, ਫਿਰ 8 ਤੇ 4 12, 12 + 12 ਨੰਬਰ ਦਾ, ਪਲੱਸ ਇਸ ਤੋਂ ਇਲਾਵਾ ਕੀ ਆ ਗਿਆ 6 ਸ਼ੋਰਟ ਕੁਐਸਚਨਸ ਆਫ 2 ਮਾਰਕਸ ਈਚ ਔਨ ਦ ਪ੍ਰਿਸਕ੍ਰਾਈਬਡ ਪਲੇਸ। ਅਤੇ ਜੂਲੀਅਸ ਸੀਜ਼ਰ ਅਤੇ ਸ਼ੀ ਸਟੂਪ ਟੂ ਕੰਕਰ ਤੋਂ 12 ਨੰਬਰ ਦੇ, ਮਤਲਬ 36 ਮਾਰਕਸ ਦਾ ਪੇਪਰ ਇਹਨਾਂ ਪਲੇਸ ਦੇ ਵਿੱਚੋਂ ਤੁਹਾਨੂੰ ਆਏਗਾ। ਨੈਕਸਟ 3 questions to be set on the important concepts pertaining to drama। means ਜੋ ਤੁਹਾਡੀ ਲਿਟਰੇਰੀ ਟਰਮਸ ਹਨ, ਇਹਦੇ ਵਿੱਚੋਂ ਤੁਹਾਨੂੰ 3 ਸ਼ਾਰਟ ਨੋਟ ਆਉਣਗੇ 2 ਨੰਬਰ ਦੇ, ਤਾਂ ਮਤਲਬ 10 ਨੰਬਰ ਦੇ ਇਹ ਹੋ ਗਏ ਪਹਿਲਾਂ, 6 ਨੰਬਰ ਦਾ ਇਹ ਹੋ ਗਿਆ 16 ਨੰਬਰ ਦਾ ਪੇਪਰ ਜੋ ਲਿਟਰੇਰੀ ਟਰਮਸ ਵਿੱਚ ਤੁਹਾਨੂੰ ਆਏਗਾ। ਨੈਕਸਟ 2 questions to be set on history of English literature from Chaucer to 18th century, 4 marks से। history जो 4 नंबर ਦੇ short note आएंगे। The nature of questions in this section must be such that the candidates should be able to answer each of these questions in about 30 words। सिर्फ 30 शब्दां ਦੇ ਵਿੱਚ ਹੀ, ਮਤਲਬ 4 ਤੋਂ 5 ਲਾਈਨਾਂ ਦੇ ਵਿੱਚ, 4 to 5 ਲਾਈਨਸ ਦੇ ਵਿੱਚ ਤੁਸੀਂ ਇਹਦਾ ਆਨਸਰ ਦੇਣਾ ਹੋਏਗਾ। there shall be no choice in this section। ਮਤਲਬ all the questions, ਜਿੰਨੇ ਵੀ ਕੁਐਸਚਨ ਇਸ ਸੈਕਸ਼ਨ ਦੇ ਵਿੱਚ ਆਉਣਗੇ ਉਹ ਸਾਰੇ ਕੀ ਹੋਣਗੇ, ਜ਼ਰੂਰੀ ਹੋਣਗੇ, ਕੰਪਲਸਰੀ ਹੋਣਗੇ, ਤੁਸੀਂ ਬਿਲਕੁਲ ਵੀ ਛੱਡ ਕੇ ਨਹੀਂ ਆ ਸਕੋਗੇ।
ਤਾਂ ਇਸੇ ਸੈਕਸ਼ਨ 'ਚੋਂ ਬੱਚੇ ਬਹੁਤ ਮਾਰ ਖਾਂਦੇ ਹੈ ਕਿਉਂਕਿ ਸ਼ਾਰਟ ਨੋਟਸ ਦੀ ਪ੍ਰੋਪਰ ਤਿਆਰੀ ਨਹੀਂ ਕਰ ਪਾਉਂਦੇ। ਇਸ ਲਈ ਆਪਣੀ ਤਿਆਰੀ ਕਰੋ, ਬੈਸਟ ਪ੍ਰਿਪੇਅਰ ਕਰੋ। ਸ਼ਾਰਟ ਨੋਟਸ ਦੇ ਲਈ ਟਰਮ ਸਭ ਤੋਂ ਪਹਿਲਾਂ ਧਿਆਨ ਨਾਲ ਪੜ੍ਹੋ ਤਾਂ ਕਿ ਉਹਦੇ 'ਚੋਂ ਅੱਛੇ ਮਾਰਕਸ ਲੈ ਸਕੋ। ਫਿਰ ਪਲੇਸ ਦੇ ਸ਼ਾਰਟ ਨੋਟਸ ਧਿਆਨ ਨਾਲ ਪੜ੍ਹੋ, ਠੀਕ ਹੈ ਜੀ। ਜੋ ਲਿਟਰੇਰੀ ਟ੍ਰੈਂਡਸ ਹੈ ਉਹਨਾਂ ਦੇ ਸ਼ਾਰਟ ਨੋਟਸ ਧਿਆਨ ਨਾਲ ਪੜ੍ਹੋ ਤਾਂ ਕਿ ਅੱਛੇ ਨੰਬਰ ਗ੍ਰੈਬ ਕਰ ਸਕੋ। ਉਮੀਦ ਕਰਦੀ ਹਾਂ ਲਿਟਰੇਚਰ ਦੇ ਸਟੂਡੈਂਟਸ ਨੂੰ, ਇਲੈਕਟਿਵ ਦੇ ਸਟੂਡੈਂਟਸ ਨੂੰ ਇਹ ਜੋ ਵੀਡੀਓ ਹੈ ਬਹੁਤ ਹੈਲਪ ਕਰੇਗੀ ਪਲਾਨ ਕਰਨ ਦੇ ਵਿੱਚ ਕਿ ਹਾਊ ਟੂ ਪ੍ਰਿਪੇਅਰ ਦਾ ਪੇਪਰ। Thank you. God bless you. If you have not subscribed the channel, please subscribe and share with your friends ਜੇ ਤੁਹਾਨੂੰ ਲੱਗਦਾ ਹੈ ਕਿ ਵੀਡੀਓ ਤੁਹਾਡੀ ਹੈਲਪ ਕਰ ਰਹੀ ਹੈ। Thank you.